ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਅਰਜਨ ਦੇਵ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ, ਇੱਕ ਵਾਰ ਸਮਨ ਤੇ ਮੁਸਨ ਪਿਓ ਪੁੱਤਰ ਪਿੰਡ ਸ਼ਾਹਬਾਜ਼ਪੁਰ ਦੇ ਰਹਿਣ ਵਾਲੇ ਲਾਹੌਰ ਸ਼ਹਿਰ ਵਿੱਚ ਆਪਣੀ ਗੁਜਰਾਨ ਵਾਸਤੇ ਮਜ਼ਦੂਰੀ ਕਰਦੇ ਹੁੰਦੇ ਸਨ। ਇੱਕ ਦਿਨ ਉਹਨਾਂ ਵੀ ਸੰਗਤ ਦੀ ਵੇਖੋ ਵੇਖੀ ਗੁਰੂ ਜੀ ਨੂੰ ਸੰਗਤ ਸਮੇਤ ਪ੍ਰਸ਼ਾਦ ਛਕਣ ਵਾਸਤੇ ਬੇਨਤੀ ਕੀਤੀ। ਪਰ ਜਦੋਂ ਇਹਨਾਂ ਨੇ ਵੇਖਿਆ ਕਿ ਸੰਗਤ ਵਾਸਤੇ ਪੂਰੀ ਰਸਦ ਖਰੀਦਣ ਵਾਸਤੇ ਉਹਨਾਂ ਪਾਸ ਪੈਸੇ ਨਹੀਂ ਹਨ ਅਤੇ ਹੋਰ ਪ੍ਰਬੰਧ ਵੀ ਨਹੀਂ ਹੋ ਸਕਦਾ, ਤਾਂ ਇਹਨਾਂ ਨੇ ਰਾਤ ਸਮੇਂ ਇੱਕ ਸ਼ਾਹੂਕਾਰ ਦੇ ਕੋਠੇ ਦੀ ਛੱਤ ਪਾੜ ਕੇ ਮਗੋਰਾ ਕਰ ਲਿਆ। ਇਸ ਮਗੋਰੇ ਵਿੱਚੋਂ ਮੁਸਨ ਹੇਠਾਂ ਉਤਰ ਕੇ ਆਪਣੀ ਲੋੜ ਦੀਆਂ ਚੀਜ਼ਾਂ ਘਿਓ, ਖੰਡ ਅਤੇ ਆਟਾ ਆਦਿਕ ਆਪਣੇ ਪਿਓ ਸਮਨ ਨੂੰ ਉੱਪਰ ਫੜਾਈ ਗਿਆ। ਸਭ ਚੀਜ਼ਾਂ ਉੱਪਰ ਫੜਾ ਕੇ ਜਦ ਮੁਸਨ ਉੱਪਰ ਨਿਕਲਣ ਲੱਗਾ ਤਾਂ ਘਰ ਵਾਲਿਆਂ ਨੂੰ ਜਾਗ ਆ ਗਈ ਅਤੇ ਉਹਨਾਂ ਨੇ ਹੇਠਾਂ ਮੁਸਨ ਦੀਆਂ ਲੱਤਾਂ ਫੜ ਲਈਆਂ। ਤਦ ਮੁਸਨ ਨੇ ਕਿਹਾ, ਪਿਤਾ ਜੀ, ਤੁਸੀਂ ਮੇਰਾ ਸਿਰ ਵੱਢ ਕੇ ਲੈ ਜਾਓ। ਜੇ ਇਸ ਤਰ੍ਹਾਂ ਨਾ ਕਰੋਗੇ ਤਾਂ ਲੋਕੀ ਸਿਰ ਤੋਂ ਮੈਨੂੰ ਪਛਾਣ ਸਕਣਗੇ ਅਤੇ ਕਹਿਣਗੇ ਗੁਰੂ ਕੇ ਸਿੱਖ ਚੋਰ ਹਨ। ਗੁਰੂ ਜੀ ਦੇ ਨਾਮ ਨੂੰ ਧੱਬਾ ਲਾਉਣਾ ਚੰਗਾ ਨਹੀਂ ਹੋਵੇਗਾ। ਇਹ ਸਲਾਹ ਮੰਨ ਕੇ ਸਮਨ ਆਪਣੇ ਪੁੱਤਰ ਮੁਸਨ ਦਾ ਸਿਰ ਵੱਢ ਕੇ ਘਰ ਲੈ ਗਿਆ। ਉੱਧਰ ਜਦ ਸ਼ਾਹੂਕਾਰ ਨੇ ਬਿਨਾਂ ਸਿਰ ਦੇ ਮੁਰਦਾ ਵੇਖਿਆ ਤਾਂ ਉਹ ਇਹ ਸੋਚ ਕੇ ਕਿ ਇਹ ਕਤਲ ਮੇਰੇ ਜੁੰਮੇ ਲੱਗ ਜਾਏਗਾ, ਭੱਜਾ ਕੇ ਸਮਨ ਪਾਸ ਗਿਆ ਅਤੇ ਕਿਹਾ ਕਿ ਮੈਂ ਤੈਨੂੰ ਬਹੁਤ ਪੈਸੇ ਦਿਆਂਗਾ। ਮੇਰੇ ਘਰੋਂ ਇੱਕ ਮੁਰਦੇ ਦੀ ਲਾਸ਼ ਚੁੱਕ ਕੇ ਕਿਸੇ ਐਸੀ ਜਗ੍ਹਾ 'ਤੇ ਸੁੱਟਿਆ ਜਿੱਥੋਂ ਇਸ ਨੂੰ ਕੋਈ ਵੇਖ ਨਾ ਸਕੇ। ਸਮਨ ਸ਼ੀਘਰ ਹੀ ਸ਼ਾਹੂਕਾਰ ਦੇ ਘਰੋਂ ਆਪਣੇ ਪੁੱਤਰ ਮੁਸਨ ਦੀ ਲਾਸ਼ ਚੁੱਕ ਕੇ ਲਿਆਇਆ ਅਤੇ ਉਸ ਨੂੰ ਆਪਣੇ ਘਰ ਦੇ ਪਿਛਲੇ ਅੰਦਰ ਉਸ ਨਾਲ ਸਿਰ ਜੋੜ ਕੇ ਉੱਪਰ ਕੱਪੜਾ ਪਾ ਕੇ ਰੱਖ ਦਿੱਤਾ। ਉਸ ਉਪਰੰਤ ਉਸੇ ਸਮੇਂ ਵਾਪਸ ਜਾ ਕੇ ਸ਼ਾਹੂਕਾਰ ਤੋਂ ਆਪਣੀ ਲੋੜ ਅਨੁਸਾਰ ਪੈਸੇ ਲੈ ਲਏ ਅਤੇ ਦਿਨ ਚੜ੍ਹੇ ਉਹਨਾਂ ਪੈਸਿਆਂ ਦੀ ਰਸਦ ਖਰੀਦ ਕੇ ਗੁਰੂ ਜੀ ਅਤੇ ਸੰਗਤ ਵਾਸਤੇ ਹਲਵਾਈ ਸੱਦ ਕੇ ਲੰਗਰ ਤਿਆਰ ਕਰਵਾ ਲਿਆ। ਗੁਰੂ ਜੀ ਸੰਗਤ ਸਹਿਤ ਆ ਗਏ, ਪੰਗਤਾਂ ਲੱਗ ਗਈਆਂ, ਸਭ ਨੂੰ ਪ੍ਰਸ਼ਾਦ ਵਰਤ ਗਿਆ। ਤਾਂ ਗੁਰੂ ਜੀ ਨੇ ਸੰਮਤ ਨੂੰ ਪੁੱਛਿਆ, ਮੁਸਨ ਕਿੱਥੇ ਹੈ? ਉਹ ਸੰਗਤ ਦੀ ਸੇਵਾ ਵਿੱਚ ਸ਼ਾਮਿਲ ਕਿਉਂ ਨਹੀਂ ਹੋਇਆ? ਜਦ ਸੰਮਨ ਨੇ ਕੋਈ ਉੱਤਰ ਨਾ ਦਿੱਤਾ ਤਾਂ ਉਸ ਨੂੰ ਚੁੱਪ ਵੇਖ ਕੇ ਗੁਰੂ ਜੀ ਨੇ ਮੁਸਨ ਨੂੰ ਆਵਾਜ਼ ਮਾਰੀ ਕਿ ਆਣ ਕੇ ਸੰਗਤ ਦੀ ਸੇਵਾ ਕਰ। ਗੁਰੂ ਜੀ ਦੀ ਆਵਾਜ਼ ਸੁਣ ਕੇ ਮੁਸਨ ਹਾਜ਼ਰ ਹੋ ਗਿਆ ਅਤੇ ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਜੋੜ ਕੇ ਖੜਾ ਹੋ ਗਿਆ। ਇਹਨਾਂ ਪਿਓ ਪੁੱਤਰਾਂ ਦੀ ਇਸ ਸ਼ਰਧਾ ਪੂਰਵਕ ਕਰਨੀ ਨੂੰ ਵੇਖ ਕੇ ਗੁਰੂ ਜੀ ਸਮਨ ਨੂੰ ਸੰਬੋਧਨ ਕਰਕੇ ਕਿਹਾ, ਜੋ ਬੋਲੇ ਮਹੱਲਾ ਪੰਜਵਾਂ। ਸਮਨ ਜੋ ਇਸ ਪ੍ਰੇਮ ਕੀ ਦਮ ਕਹੇ ਹੋਤੀ ਸਾਟ, ਰਾਵਣ ਹੁੱਤੇ ਸੂਰੰਕ ਨੈ ਜਿਨ ਸਿਰ ਦੀਨੇ ਕਾਟ। ਇਸ ਦਾ ਅਰਥ ਹੈ, ਹੇ ਸਮਨ ਸਿੱਖ, ਜਿਹੜਾ ਪ੍ਰੇਮ ਤੂੰ ਵਿਖਾਇਆ ਹੈ, ਜੇਕਰ ਇਸ ਦੀ ਸਾਟ ਅਦਲਾ ਬਦਲੀ ਦਮਾਂ ਪੈਸਿਆਂ ਨਾਲ ਹੋ ਸਕਦੀ ਹੁੰਦੀ ਤਾਂ ਫਿਰ ਲੰਕਾਪਤੀ ਰਾਵਣ ਕੰਗਾਲ ਨਹੀਂ ਸੀ, ਜਿਸ ਨੇ ਆਪਣੇ ਇਸ਼ਟ ਸ਼ਿਵ ਜੀ ਨੂੰ ਆਪਣਾ ਸਿਰ 11 ਵਾਰ ਵੱਢ ਕੇ ਪ੍ਰੇਮ ਭੇਟ ਕੀਤਾ ਸੀ। ਪ੍ਰੇਮ ਧਨ ਦੇ ਮਨ ਮੰਗਦਾ ਹੈ, ਧਨ ਨਹੀਂ ਮੰਗਦਾ। ਇਹ ਬਚਨ ਕਰਕੇ ਗੁਰੂ ਜੀ ਨੇ ਦੋਹਾਂ ਪਿਓ ਪੁੱਤਾਂ ਨੂੰ ਥਾਪੜਾ ਦੇ ਕੇ ਨਦਰੀ ਨਿਹਾਲ ਕੀਤਾ। ਸਿੱਖਾਂ ਦੀ ਘਾਲ ਥਾਂ ਪੈ ਗਈ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਗੁਰੂ ਜੀ ਲਾਹੌਰ ਤੋਂ ਨਨਕਾਣਾ ਸਾਹਿਬ ਆ ਗਏ। ਬੜੇ ਪ੍ਰੇਮ ਤੇ ਸ਼ਰਧਾ ਨਾਲ ਦਰਸ਼ਨ ਕਰਕੇ ਗੁਰੂ ਜੀ ਵਾਪਸ ਰਾਵੀ ਕਿਨਾਰੇ ਪਿੰਡ ਮੱਦਰ ਆਣ ਬਿਰਾਜੇ। ਇਸ ਪਿੰਡ ਵਿੱਚ ਇੱਕ ਆਦਮੀ ਨੂੰ ਹਜੀਰਾ ਸਨ। ਉਹ ਕੁਝ ਦਿਨ ਗੁਰੂ ਜੀ ਦੇ ਪੈਰਾਂ ਦਾ ਜੋੜਾ ਫੜ ਕੇ ਹਜੀਰਾਂ ਉੱਤੇ ਲਾਉਂਦਾ ਰਿਹਾ। ਇਸ ਤਰ੍ਹਾਂ ਸ਼ਰਧਾ ਨਾਲ ਜੋੜਾ ਲਾਉਣ ਕਰਕੇ ਉਸ ਦੀਆਂ ਹਜੀਰਾਂ ਹਟ ਗਈਆਂ। ਜਦ ਗੁਰੂ ਜੀ ਇੱਥੋਂ ਤੁਰਨ ਲੱਗੇ ਤਾਂ ਇਸ ਸਿੱਖ ਨੇ ਗੁਰੂ ਜੀ ਪਾਸ ਬੇਨਤੀ ਕੀਤੀ। ਉਹ ਜੋੜਾ ਆਪਣੇ ਪਾਸ ਹੀ ਰੱਖ ਲਿਆ ਅਤੇ ਗੁਰੂ ਜੀ ਨੂੰ ਨਵਾਂ ਜੋੜਾ ਪਹਿਨਾ ਦਿੱਤਾ। ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਜੋੜਾ ਪਿੰਡ ਮੱਦਰ ਉੱਤੇ ਉਸ ਸਿੱਖ ਦੀ ਸੰਤਾਨ ਪਾਸ ਸੀ, ਜਿਸ ਨਾਲ ਅਨੇਕਾਂ ਹਜੀਰਾਂ ਦੇ ਰੋਗੀ ਅਰੋਗ ਹੁੰਦੇ ਸਨ।
ਮੱਦਰਾਂ ਤੋਂ ਗੁਰੂ ਜੀ ਜੰਬਰ ਪਿੰਡ ਆਏ। ਸੰਗਤ ਨੇ ਬਹੁਤ ਸੇਵਾ ਕੀਤੀ। ਜੰਬਰਾਂ ਤੋਂ ਚੱਲ ਕੇ ਚੂਣੀਆਂ ਦੇ ਰਸਤੇ ਬਹਿਵਾਲ ਆ ਗਏ। ਇਸ ਪਿੰਡ ਦਾ ਇੱਕ ਖਾਰਾ ਖੂਹ ਗੁਰੂ ਜੀ ਨੇ ਮਿੱਠਾ ਕੀਤਾ। ਇੱਥੋਂ ਚੱਲ ਕੇ ਰਸਤੇ ਵਿੱਚ ਅਨੇਕਾਂ ਲੋਕਾਂ ਨੂੰ ਨਾਮਦਾਨ ਦਾ ਉਪਦੇਸ਼ ਦਿੰਦੇ ਹੋਏ ਗੁਰੂ ਜੀ ਵਾਪਸ ਅੰਮ੍ਰਿਤਸਰ ਆ ਗਏ। ਇੱਕ ਦਿਨ ਪਿੰਡ ਸਹੀਸਰੇ ਦੀ ਸੰਗਤ ਨੂੰ ਗੁਰੂ ਜੀ ਨੇ ਬੇਨਤੀ ਕੀਤੀ ਤੇ ਬੜੇ ਪ੍ਰੇਮ ਨਾਲ ਆਪਣੇ ਪਿੰਡ ਲੈ ਗਈ। ਗੁਰੂ ਜੀ ਕਈ ਦਿਨ ਉੱਥੇ ਟਿਕੇ ਰਹੇ। ਇਸ ਯਾਦ ਵਿੱਚ ਇੱਕ ਗੁਰਦੁਆਰਾ ਬਣਿਆ ਹੋਇਆ ਹੈ। ਪਹਿਲਾਂ ਇਹ ਅਸਥਾਨ ਗੁਰੂ ਕੀ ਰੋੜ ਕਰਕੇ ਪ੍ਰਸਿੱਧ ਸੀ। ਸਹਿੰਸਰੇ ਤੋਂ ਚੱਲ ਕੇ ਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਦੇ ਅੰਤਿਮ ਨਿਵਾਸ ਸਥਾਨ ਦਾ ਦਰਸ਼ਨ ਕਰਨ ਵਾਸਤੇ ਡੇਰਾ ਬਾਬਾ ਨਾਨਕ ਗਏ ਅਤੇ ਇੱਥੋਂ ਅੱਗੇ ਪਿੰਡ ਬਾਰਠ ਬਾਰ ਬਾਬਾ ਸ਼੍ਰੀ ਚੰਦ ਜੀ ਪਾਸ ਆ ਬਰਾਜੇ। ਗੁਰੂ ਜੀ ਨੇ ਬਾਬਾ ਜੀ ਨੂੰ ਸੁਖਮਨੀ ਸਾਹਿਬ ਦੀਆਂ ਪਹਿਲੀਆਂ 16 ਅਸ਼ਟਪਦੀਆਂ ਜਿਹੜੀਆਂ ਗੁਰੂ ਜੀ ਨੇ ਰਚੀਆਂ ਹੋਈਆਂ ਸਨ ਪੜ੍ਹ ਕੇ ਸੁਣਾਈਆਂ। ਇਹਨਾਂ ਨੂੰ ਸੁਣ ਕੇ ਬਾਬਾ ਜੀ ਬਹੁਤ ਪ੍ਰਸੰਨ ਹੋਏ ਅਤੇ ਬਚਨ ਕੀਤਾ ਕਿ ਪੁਰਸ਼ ਦੇ 8 ਪਹਿਰਾਂ ਦੇ 24,000 ਸਵਾਸ ਸਫਲਾ ਕਰਨ ਵਾਸਤੇ ਇਹ ਅਸ਼ਟਪਦੀਆਂ 24 ਪੂਰੀਆਂ ਕਰ ਦਿਓ। ਗੁਰੂ ਜੀ ਨੇ ਕਿਹਾ ਕਿ ਅੱਗੇ ਆਪ ਹੀ ਰਚਨ ਦੀ ਕਿਰਪਾ ਕਰੋ। ਤਦ ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਪੜ੍ਹ ਕੇ ਕਿਹਾ ਅੱਗੇ ਆਪ ਹੀ ਰਚ ਲਵੋ। ਤਦ ਗੁਰੂ ਜੀ ਨੇ ਇਸ ਤੋਂ ਅੱਗੇ 8 ਅਸ਼ਟਪਦੀਆਂ ਉਚਾਰਨ ਕਰਕੇ ਬਾਬਾ ਜੀ ਨੂੰ ਸੁਣਾਈਆਂ ਅਤੇ ਆਪ ਜੀ ਬਹੁਤ ਪ੍ਰਸੰਨ ਹੋਏ। ਜਹਾਂਗੀਰ ਪਾਤਸ਼ਾਹ ਦਾ ਇੱਕ ਇਤਬਾਰੀ ਅਹਿਲਕਾਰ ਜਿਸ ਨੂੰ ਸ਼ਾਹਜਹਾਨ ਪਾਤਸ਼ਾਹ ਨੇ ਸੰਨ 1628 ਵਿੱਚ ਲਾਹੌਰ ਦਾ ਗਵਰਨਰ ਥਾਪਿਆ ਸੀ। ਇਸ ਦਾ ਜਲੋਧਰ ਰੋਗ ਇੱਕ ਸਿੱਖ ਪਾਸੋਂ ਸੁਖਮਨੀ ਸਾਹਿਬ ਦਾ ਪਾਠ ਸੁਣ ਕੇ ਹਟਿਆ ਸੀ। ਇਸ ਦੇ ਪ੍ਰਭਾਵ ਕਰਕੇ ਵਜ਼ੀਰ ਖਾਂ ਗੁਰੂ ਘਰ ਦਾ ਬਹੁਤ ਸ਼ਰਧਾਲੂ ਹੋ ਗਿਆ ਸੀ ਅਤੇ ਹਰ ਸਮੇਂ ਤਨ ਮਨ ਕਰਕੇ ਸੇਵਾ ਕਰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੋਹਨ ਤੇਰੇ ਊਚੈ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜਿਉ ਸੰਤ ਧਰਮਸ਼ਾਲਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ ਮੋਹਨ ਤੁਧ ਸਤ ਸੰਗਤ ਧਿਆਵੈ ਦਰਸ਼ਨ ਧਿਆਨਾ ਮੋਹਨ ਜਮ ਨੇੜ ਨ ਆਵੈ ਤੁਧ ਜਪਹਿ ਨਿਧਾਨਾ ਮੋਹਨ ਤੂੰ ਸਫਲ ਫਲਿਆ ਸੁਣ ਪਰਵਾਰੈ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੇਕਰ ਤੁਹਾਨੂੰ ਇਹ ਕਥਾ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਜੇਕਰ ਦਾਸ ਕੋਲੋਂ ਕੋਈ ਭੁੱਲ ਨਾ ਹੋ ਜੇ ਤਾਂ ਮਾफ़ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।